हाँ जी, ਹੈਲੋ ਸਟੂਡੈਂਟਸ। ਅੱਜ ਅਸੀਂ ਇੰਪਰੋਪਰ ਇੰਟੈਗਰਲ ਦਾ ਲੈਕਚਰ ਨੰਬਰ 3 ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਪਹਿਲੇ ਲੈਕਚਰ ਦੇ ਵਿੱਚ ਡੈਫੀਨੇਸ਼ਨ ਡਿਸਕਸ ਕੀਤੀ ਸੀ। ਉਸ ਤੋਂ ਬਾਅਦ ਅਸੀਂ ਡਾਇਰੈਕਟ ਡੈਫੀਨੇਸ਼ਨ ਦੇ ਨਾਲ ਕੁਝ ਕੁਐਸਚਨ ਸੋਲਵ ਕਰਕੇ ਉਸ ਤੋਂ ਬਾਅਦ ਅਸੀਂ ਲੈਕਚਰ ਨੰਬਰ 2 ਦੇ ਵਿੱਚ ਕੰਪੈਰੀਜ਼ਨ ਟੈਸਟ ਨਾਲ ਰਿਲੇਟਡ ਸਾਰੇ ਅਸੀਂ ਕੁਐਸਚਨਸ ਕੀਤੇ। ਹੁਣ ਬਹੁਤ ਸਾਰੇ ਕੁਐਸਚਨ ਅਸੀਂ ਅੱਜ ਵੀ ਕਰਾਂਗੇ। ਇਹ ਜੋ ਇੱਕ ਲਿਸਟ ਤੁਹਾਨੂੰ ਦਿਖਾਈ ਦੇ ਰਹੀ ਹੈ, ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨਸ ਆ ਤੁਹਾਡੇ ਸਾਹਮਣੇ। ਇਹ ਸੋਲਵ ਕਰਨ ਤੋਂ ਬਾਅਦ ਕੁਝ ਹੋਰ ਕੁਐਸਚਨ ਵੀ ਸੋਲਵ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਡਿਸਕਸ ਕਰਦੇ ਹਾਂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਜੋ ਪਹਿਲਾ ਕੁਐਸਚਨ ਆ, ਇਹਨੂੰ ਅਸੀਂ ਬਾਈ ਡੈਫੀਨੇਸ਼ਨ ਪਹਿਲੇ ਵੀ ਇੰਟੀਗ੍ਰੇਟ ਕਰ ਰਹੇ ਹਾਂ। ਤੁਹਾਨੂੰ ਯਾਦ ਹੋਣਾ ਕਿ ਅਸੀਂ ਇਹਨੂੰ ਕਿਸ ਤਰੀਕੇ ਕੀਤਾ ਸੀ। ਇਹ ਕੁਐਸਚਨ ਮੈਂ ਆਪਣੇ ਲੈਕਚਰ ਨੰਬਰ 1 ਵਿੱਚ ਇਹਨੂੰ ਆਲਰੇਡੀ ਕਰ ਚੁੱਕੇ ਹਾਂ, ਅਤੇ ਥੋੜ੍ਹਾ ਜਿਹਾ ਅਸੀਂ ਹੁਣ ਇਹਨੂੰ ਕੰਪੈਰੀਜ਼ਨ ਟੈਸਟ ਜਾਂ ਅਸੀਂ ਪੀ ਟੈਸਟ ਦੇ ਨਾਲ ਵੀ ਅਸੀਂ ਇਹਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਆਓ ਦੇਖੀਏ। ਫਸਟ ਕੁਐਸਚਨ ਦਾ ਸੋਲੂਸ਼ਨ ਕਰੀਏ। ਫਸਟ ਕੀ ਹੈ ਕੁਐਸਚਨ? e to infinity 1 upon x log x raised to power 3/2 dx। ਕੀ ਕਰੋ ਜੀ, ਅਸੀਂ ਸਬਸਟੀਟਿਊਟ ਕਰ ਲਈਏ। ਪੁੱਟ log x is equal to t, then log x ਨੂੰ ਜੇ ਅਸੀਂ t ਪੁੱਟ ਕਰਦੇ ਹਾਂ, ਦੈਨ ਕੀ ਹੋਏਗਾ? x ਹੋਏਗਾ e ਰੇਜ਼ ਟੂ ਪਾਵਰ t, ਜਾਂ ਇਹ ਕਹਿ ਲਓ 1 upon x dx is equal to dt। ਇਹ 1 upon x dx ਇਹ ਹੋ ਗਿਆ dt। ਲਿਮਿਟਸ ਵੀ ਚੇਂਜ ਹੋਣਗੀਆਂ, ਬੜੇ ਧਿਆਨ ਨਾਲ ਸਮਝਣਾ। ਵੈਨ x is equal to e implies log e1 then t tending to 1। when x tending to infinity and log infinity is infinity, so t also tending to infinity, so this integral is equal to 1 to infinity 1 upon x dx हो गया dt। so 1 upon log x है मेरे कोल t, सो t रेज़ टू पावर 3/2 dt। बड़े ध्यान नाल तुसीं एक रिजल्ट पढ़िया, मैं उन्होंने फिर रिपीट करदा कि जे मेरे कोल a टू इन्फिनिटी 1 ओवर x रेज़ टू पावर p dx आ, तो ये कन्वर्जेंट होएगा दिस इंटैग्रल कन्वर्जेंट इफ p ग्रेटर दैन 1 एंड डाइवर्जेंट इफ p लैस दैन इक्वल टू 1। सो इत्थे 3/2 आ, सो दिस इंटैग्रल इज़ कन्वर्जेंट एज p इज़ इक्वल टू 3/2 विच इज़ ग्रेटर दैन 1। ये p टेस्ट है। सो बाय p टेस्ट दिस इंटैग्रल इज़ कन्वर्जेंट। जे ये कन्वर्जेंट है तो ये भी कन्वर्जेंट। सो असी फर्स्ट क्वेश्चन कर चुके हैं। बहुत ईजी सी इस क्वेश्चन को असी पहले बाय डेफिनेशन भी कर चुके हैं। हुण असी करांगे क्वेश्चन नंबर 2। क्वेश्चन नंबर 2 करांगे हुण। हाँ जी, क्वेश्चन नंबर 2। ये सारे क्वेश्चंस बहुत इंपॉर्टेंट आ। क्वेश्चन नंबर 2 विच इज़ e स्क्वेयर टू इन्फिनिटी 1 upon x log of log x dx। की करोगे? सबस्टिट्यूट करो, इत्थे भी सबस्टिट्यूट करो। पुट log x is equal to t 1 upon x dx is equal to dt। when x is equal to e square, substitute करो इत्थे, implies t is equal to log of e square 2 log e and log e is 1, so ये आ गया 2। and when x tending to infinity, log infinity is infinity, so t is also is equal to infinity। so this integral I is equal to t 2 to infinity, so t दी लिमिट्स आ गई 2 to infinity 1 upon x dx। ये की हो गया? ये हो गया dt। सो मेरे कोल की बचा 1 upon log of t dt। ये इंटैग्रल बचा।
ਹੁਣ ਇਹਨੂੰ ਅਸੀਂ ਬਾਈ ਕੰਪੈਰੀਜ਼ਨ ਟੈਸਟ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਈ ਕੰਪੈਰੀਜ਼ਨ ਟੈਸਟ, ਸੋ ਮੇਰੇ ਕੋਲ ਕੀ ਆ, ਐਫ ਟੀ ਮੇਰੇ ਕੋਲ ਹੈਗਾ 1/log of t। ਇੱਕ ਮੈਂ ਜੀ ਟੀ ਸਪੋਜ਼ ਕਰ ਲੈਣਾ, ਜੀ ਟੀ ਸਪੋਜ਼ ਕਰ ਲਓ 1/t dt, ਸੋਰੀ 1/t। ਦੈਨ ਹੁਣ ਲਿਮਿਟਸ ਦੇਖੋ, ਇਹ ਤੁਹਾਨੂੰ ਸਭ ਕੁਝ ਸਮਝ ਆ ਚੁੱਕਿਆ। ਹੁਣ ਅਸੀਂ ਲਿਮਿਟਸ ਦੇਖਾਂਗੇ। ਹੁਣ ਅਸੀਂ ਲਿਮਿਟ ਫਾਈਂਡ ਕਰਾਂਗੇ। ਲਿਮਿਟ t ਟੈਂਡਿੰਗ ਟੂ ਇਨਫਿਨਿਟੀ ਐਫ ਟੀ ਅਪੋਨ ਜੀ ਟੀ ਇਜ਼ ਇਕੁਅਲ ਟੂ ਲਿਮਿਟ t ਟੈਂਡਿੰਗ ਟੂ ਇਨਫਿਨਿਟੀ 1/log of t 1/log of t over 1/t, so t upon 1, so infinity over infinity form by L'Hospital rule 1/1/t, so limit t tending to infinity t which is infinity। ਤੇ ਤੁਸੀਂ ਪੜ੍ਹਿਆ ਸੀ, ਅਸੀਂ ਕੰਪੈਰੀਜ਼ਨ ਟੈਸਟ ਪੜ੍ਹਿਆ ਸੀ। ਕੀ ਪੜ੍ਹਿਆ ਸੀ ਕੰਪੈਰੀਜ਼ਨ ਟੈਸਟ ਵਿੱਚ ਕਿ ਜੇ ਤਾਂ ਲਿਮਿਟ ਨੋਨ ਜ਼ੀਰੋ ਫਾਈਨਾਈਟ ਆ ਜਾਵੇ, ਉਸ ਕੇਸ ਵਿੱਚ ਅਸੀਂ ਕਹਿੰਦੇ ਸੀ ਕਿ ਇੰਟੈਗਰਲ ਆਫ ਐਫ ਐਂਡ ਜੀ ਬਿਹੇਵ ਅਲਾਈਕ। ਕਹਿਣ ਦਾ ਮੀਨਿੰਗ ਸੀ ਕਿ ਜੇ ਜੀ ਕਨਵਰਜ ਕਰੂਗਾ ਤਾਂ ਐਫ ਦਾ ਇੰਟੈਗਰਲ ਵੀ ਕਨਵਰਜ, ਜੇ ਇੰਟੈਗਰਲ ਆਫ ਜੀ ਡਾਇਵਰਜ ਕਰ ਰਿਹਾ ਤਾਂ ਇੰਟੈਗਰਲ ਐਫ ਦਾ ਵੀ ਡਾਇਵਰਜ ਕਰੇਗਾ। ਬਿਹੇਵੀਅਰ ਉਹਨਾਂ ਦਾ ਸੇਮ ਸੀ। ਸੈਕਿੰਡ ਕੇਸ ਸੀ ਕੰਪੈਰੀਜ਼ਨ ਟੈਸਟ ਦਾ ਕਿ ਜੇ ਲਿਮਿਟ ਇਨਫਿਨਿਟੀ ਆ ਜਾਂਦੀ ਆ। ਸੈਕਿੰਡ ਕੇਸ ਸੀ ਜੇ ਲਿਮਿਟ ਜ਼ੀਰੋ ਆ ਜਾਂਦੀ ਆ। ਉਸ ਕੇਸ ਵਿੱਚ ਇਹ ਸੀ ਕਿ ਜੇ ਜੀ ਦਾ ਇੰਟੈਗਰਲ ਕਨਵਰਜ ਕਰੇਗਾ ਤਾਂ ਐਫ ਦਾ ਵੀ ਕਨਵਰਜ ਹੀ ਕਰਨਾ। ਇਹ ਸੀ ਸੈਕਿੰਡ। ਥਰਡ ਕੇਸ ਇਹ ਸੀ ਕਿ ਜੇ ਲਿਮਿਟ ਇਨਫਿਨਿਟੀ ਆ ਜਾਂਦੀ ਆ ਤਾਂ ਉਸ ਕੇਸ ਵਿੱਚ ਜੀ ਦਾ ਇੰਟੈਗਰਲ ਐਫ ਦਾ ਇੰਟੈਗਰਲ ਵੀ ਕਨਵਰਜ ਕਰੇਗਾ। ਜੇ ਜੀ ਦਾ ਡਾਇਵਰਜ ਕਰ ਰਿਹਾ ਤਾਂ ਐਫ ਦਾ ਵੀ ਡਾਇਵਰਜ ਕਰੇਗਾ। ਇਹ ਸੀ ਕੇਸ। ਕਹਿਣ ਦਾ ਮੀਨਿੰਗ ਇਹ ਆ ਕਿ ਜਦੋਂ ਲਿਮਿਟ ਇਨਫਿਨਿਟੀ ਆ ਜਾਵੇ, ਇਸ ਕੇਸ ਵਿੱਚ ਅਸੀਂ ਜੀ ਦਾ ਇੰਟੈਗਰਲ ਚੈੱਕ ਕਰਾਂਗੇ। ਜੇ ਉਹ ਡਾਇਵਰਜੈਂਟ ਹੋਏਗਾ ਤਾਂ ਅਸੀਂ ਆਪਣੇ ਇੰਟੈਗਰਲ ਨੂੰ ਵੀ ਡਾਇਵਰਜੈਂਟ ਕਹਿ ਦਾਂਗੇ। ਹਾਂਜੀ, ਇਨਫਿਨਿਟੀ ਵਾਲੇ ਕੇਸ ਵਿੱਚ ਡਾਇਵਰਜੈਂਟ ਹੁੰਦਾ। ਬਟ ਹੁਣ ਮੈਂ ਚੈੱਕ ਕਰਨ ਜਾ ਰਿਹਾ ਇੰਟੈਗਰਲ ਆਫ ਕੀ ਸੀ ਮੇਰੇ ਕੋਲ, ਲਿਮਿਟਸ ਮੈਂ ਰਫ ਕਰ ਚੁੱਕਿਆ। ਉਹ ਸੀ 2 to infinity ਜੀ ਟੀ। ਉਹ ਅਸੀਂ ਚੈੱਕ ਕਰਾਂਗੇ ਜੀ ਟੀ 2 to infinity ਐਂਡ ਜੀ ਟੀ। ਉਹ ਮੈਂ ਸਪੋਜ਼ ਕੀਤਾ ਜੀ ਟੀ ਦੀ ਵੈਲਿਊ ਸੀ, ਜੀ ਟੀ ਸੀ ਮੇਰੇ ਕੋਲ 1/t dt। ਸੋ ਇਟ ਇਜ਼ ਡਾਇਵਰਜੈਂਟ। ਕਿਉਂ ਡਾਇਵਰਜੈਂਟ ਆ? ਐਜ਼ p ਇਜ਼ ਇਕੁਅਲ ਟੂ 1, ਕਿਉਂਕਿ p ਦੀ ਵੈਲਿਊ 1 ਆ ਬਾਈ p ਟੈਸਟ। ਜੇ p 1 ਆ ਤਾਂ ਡਾਇਵਰਜੈਂਟ ਆ। ਜੇ ਇਹ ਡਾਇਵਰਜੈਂਟ ਆ ਸੋ 2 to infinity ਐਫ ਟੀ dt ਇਜ਼ ਆਲਸੋ ਡਾਇਵਰਜੈਂਟ। ਜੇ ਇਹ ਡਾਇਵਰਜੈਂਟ ਆ, ਇਹ ਸੀ ਬਾਏ ਕੰਪੈਰੀਜ਼ਨ ਟੈਸਟ। ਜੇ ਇਹ ਡਾਇਵਰਜੈਂਟ ਆ ਸੋ ਗਿਵਨ ਇੰਟੈਗਰਲ ਇਜ਼ ਡਾਇਵਰਜੈਂਟ। ਸੋ ਗਿਵਨ ਇੰਟੈਗਰਲ ਇਜ਼ ਡਾਇਵਰਜੈਂਟ। ਇਹ ਸੀ ਸਾਡਾ, ਇਹ ਅਸੀਂ ਕੰਪੈਰੀਜ਼ਨ ਟੈਸਟ ਯੂਜ਼ ਕੀਤਾ। ਹੁਣ ਤੁਹਾਡਾ ਇੱਕ ਕੁਐਸਚਨ ਆ, ਮੈਨੂੰ ਪਤਾ ਤੁਹਾਡਾ ਕੁਐਸਚਨ ਕੀ ਆ। ਤੁਹਾਡਾ ਕੁਐਸਚਨ ਇਹ ਆ, ਸਰ ਤੁਸੀਂ ਜੀ ਟੀ ਨੂੰ 1/t ਕਿਉਂ ਲਿਆ? ਤੁਹਾਡਾ ਕੁਐਸਚਨ ਇਹ ਹੋ ਸਕਦਾ ਤੁਸੀਂ 1/t ਹੀ ਕਿਉਂ ਲਿਆ, ਤੁਸੀਂ 1/t² ਕਿਉਂ ਨਹੀਂ ਲਿਆ, ਤੁਸੀਂ ਜਾਂ 1/t³ ਕਿਉਂ ਨਹੀਂ ਲਿਆ। ਹੁਣ ਇਹ ਮੈਂ ਕਨਸੈਪਟ ਕਲੀਅਰ ਕਰਨਾ ਚਾਹੁੰਦਾ। ਹਾਂਜੀ ਸਟੂਡੈਂਟਸ, ਮੈਂ ਫਸਟ ਕੁਐਸਚਨ ਵੀ ਕਰ ਚੁੱਕਿਆ, ਸੈਕਿੰਡ ਵੀ ਕਰ ਚੁੱਕਿਆ। ਸੈਕਿੰਡ ਕੁਐਸਚਨ 'ਚ ਤੁਹਾਡਾ ਇੱਕ ਡਾਊਟ ਹੋ ਸਕਦਾ, ਉਹ ਮੈਂ ਇੱਥੇ ਕਲੀਅਰ ਕਰਨਾ ਚਾਹੁੰਦਾ, ਫਿਰ ਮੈਂ ਅੱਗੇ ਚੱਲੂੰਗਾ। ਸੈਕਿੰਡ ਕੁਐਸਚਨ 'ਚ ਜਦੋਂ ਅਸੀਂ ਕੀਤਾ ਸੀ ਤਾਂ ਇੱਥੇ ਪਹੁੰਚੇ ਅਸੀਂ 1/log t dt। ਇਹ ਕੁਐਸਚਨ ਜਦੋਂ ਅਸੀਂ ਕੀਤਾ, ਤੁਸੀਂ ਇੱਕ ਕੁਐਸਚਨ ਮੈਨੂੰ ਕਰ ਸਕਦੇ ਆ ਕਿ ਸਰ ਤੁਸੀਂ ਐਫ ਟੀ ਤਾਂ ਬਿਲਕੁਲ ਸਹੀ ਲੈ ਲਿਆ 1/log t। ਤੁਸੀਂ ਜਦੋਂ ਜੀ ਟੀ ਲਿਆ ਤੁਸੀਂ 1/t ਲਿਆ, ਤੁਸੀਂ t² ਕਿਉਂ ਨਹੀਂ ਲਿਆ?
ਤੁਸੀਂ 1/t³ ਕਿਉਂ ਨਹੀਂ ਲਿਆ, ਤੁਸੀਂ 1/t4 ਕਿਉਂ ਨਹੀਂ ਲਿਆ, ਇਹ ਤੁਹਾਡਾ ਕੁਐਸਚਨ ਹੋ ਸਕਦਾ। ਚਲੋ ਸਪੋਜ਼ ਕਰੋ ਮੈਂ t² ਲੈ ਲੈਣਾ। ਇਹ ਅਸੀਂ ਨਾ ਜਦੋਂ ਕੰਪੈਰੀਜ਼ਨ ਟੈਸਟ ਲਗਾਉਂਦੇ ਹਾਂ, ਮੈਂ ਫਿਰ ਰਿਪੀਟ ਕਰਦਾ, ਜੇ ਤਾਂ ਲਿਮਟ ਨੋਨ ਜ਼ੀਰੋ ਫਾਈਨਾਈਟ ਆ ਜਾਵੇ ਉਸ ਕੇਸ ਵਿੱਚ ਅਸੀਂ ਕਹਿੰਦੇ ਹਾਂ ਉਹਨਾਂ ਦਾ ਬਿਹੇਵੀਅਰ ਸੇਮ ਆ f(x) ਅਤੇ g(x) ਦੇ ਇੰਟੈਗਰਲ ਦਾ। ਸੈਕਿੰਡ ਕੇਸ ਸੀ ਜੇ ਲਿਮਟ ਜ਼ੀਰੋ ਆ ਜਾਵੇ, ਉਸ ਕੇਸ ਵਿੱਚ ਜੇ g(x) ਦਾ ਇੰਟੈਗਰਲ ਕਨਵਰਟ ਕਰੂਗਾ ਤਾਂ ਗਿਵਨ ਇੰਟੈਗਰਲ ਵੀ ਕਨਵਰਟ ਕਰੂਗਾ। ਥਰਡ ਕੇਸ ਇਹ ਸੀ ਕਿ ਜੇ g(x) ਦਾ ਇੰਟੈਗਰਲ ਡਾਇਵਰਜ ਕਰੇਗਾ ਤਾਂ ਗਿਵਨ ਇੰਟੈਗਰਲ ਵੀ ਡਾਇਵਰਜ ਕਰੂ। ਇਹ ਸੀ ਸਾਡਾ ਕੰਪੈਰੀਜ਼ਨ ਟੈਸਟ। ਤੁਸੀਂ ਇੱਕ ਵਾਰੀ ਸਟੇਟਮੈਂਟ ਸੈਕਿੰਡ ਲੈਕਚਰ ਇੱਕ ਵਾਰ ਦੁਬਾਰਾ ਜ਼ਰੂਰ ਦੇਖਿਓ ਕਿ ਤੁਹਾਨੂੰ ਕਲੀਅਰ ਹੋ ਜਾਵੇ। ਹੁਣ ਮੈਂ ਇਹ ਡਾਊਟ ਕਲੀਅਰ ਕਰਨ ਜਾ ਰਿਹਾ ਕਿ ਅਸੀਂ gt ਨੂੰ 1/t ਲਿਆ, t² ਕਿਉਂ ਨਹੀਂ ਲਿਆ ਜਾਂ ਕਿਊਬ ਕਿਉਂ ਨਹੀਂ ਲਿਆ, ਹਾਈ ਟਰਮਸ ਕਿਉਂ ਨਹੀਂ ਲਈਆਂ, ਉਹ ਹੁਣ ਤੁਸੀਂ ਕਲੀਅਰ ਕਰਨਾ। ਲਿਮਟ ਫਾਈਂਡ ਕਰੋ ਨਾ ਜਦੋਂ ਤੁਸੀਂ ft/gt। ਸਪੋਜ਼ ਕਰੋ ਤੁਸੀਂ ਇਸ ਤਰੀਕੇ ਲਿਮਟ ਲਈਆਂ ਤਾਂ ਕੀ ਆ ਗਿਆ, ਤੁਸੀਂ ਜਦੋਂ ਕਰੋਗੇ t² log t ਇਨਫਿਨਿਟੀ ਫਾਰਮ ਐਲ ਹੌਸਪੀਟਲ ਰੂਲ ਤੁਸੀਂ ਜਦੋਂ ਯੂਜ਼ ਕਰੋਗੇ ਤਾਂ ਕੀ ਆਉਣਾ, ਇੱਥੇ 2t ਆ ਜਾਏਗਾ, ਇੱਥੇ 1/t ਆ ਜਾਏਗਾ, ਇਹ t² ਹੋ ਜਾਣਾ ਅਤੇ ਇਹ ਇਨਫਿਨਿਟੀ ਆ ਜਾਏਗਾ। ਇਨਫਿਨਿਟੀ ਵਾਲੇ ਕੇਸ ਵਿੱਚ ਇੱਕ ਕੰਪੈਰੀਜ਼ਨ ਟੈਸਟ ਦਾ ਥਰਡ ਕੇਸ ਬਣਦਾ। ਥਰਡ ਕੇਸ ਵਿੱਚ ਕੀ ਸੀ ਕਿ ਜੇ ਲਿਮਟ ਇਨਫਿਨਿਟੀ ਆ ਜਾਂਦੀ ਆ ਫਿਰ ਅਸੀਂ g(x) ਵਾਲਾ ਇੰਟੈਗਰਲ ਦੇਖਾਂਗੇ। ਫਿਰ ਅਸੀਂ ਕੀ ਦੇਖਣਾ, g(x) ਵਾਲਾ ਇੰਟੈਗਰਲ। ਬਟ ਉਹ g(x) ਵਾਲਾ ਇੰਟੈਗਰਲ ਕਿਆ ਦੇਖੋ, ਬਟ ਇੰਟੈਗਰਲ ਆਫ 2 to infinity g(x) ਜਾਂ gt dt ਨੂੰ ਬੜੇ ਧਿਆਨ ਨਾਲ ਦੇਖੋ। 2 to infinity 1/t² dt ਇਜ਼ ਕਨਵਰਜੈਂਟ। ਇਹ ਤਾਂ ਕਨਵਰਜੈਂਟ ਆ ਕਿਉਂਕਿ ਅਸੀਂ ਕਹਿ ਚੁੱਕੇ ਹਾਂ ਕਿ ਜੇ p ਦੀ ਵੈਲਿਊ ਗ੍ਰੇਟਰ ਦੈਨ 1 ਆ ਜਾਵੇ ਤਾਂ ਫਿਰ ਕਨਵਰਜੈਂਟ ਹੁੰਦਾ। ਇਹ ਅਸੀਂ ਕਹਿ ਚੁੱਕੇ ਹਾਂ, ਇਹ ਤਾਂ ਕਨਵਰਜੈਂਟ ਆ। ਬਟ ਇਨਫਿਨਿਟੀ ਵਾਲੇ ਕੇਸ ਵਿੱਚ ਕੀ ਹੋਣਾ ਚਾਹੀਦਾ ਸੀ, ਡਾਇਵਰਜੈਂਟ, ਕਿ ਜੇ ਇਹ ਡਾਇਵਰਜ ਕਰੇਗਾ ਫਿਰ ਸਾਡਾ ਇੰਟੈਗਰਲ ਡਾਇਵਰਜ ਕਰਨਾ। ਬਟ ਇਹ ਤਾਂ ਹੈ ਹੀ ਕਨਵਰਜੈਂਟ ਆ, ਇਸ ਕਰਕੇ ਇਹ ਤਾਂ ਉਹ ਫੇਲ ਹੀ ਹੋ ਗਿਆ ਸਾਡਾ ਟੈਸਟ। ਮੈਂ ਫਿਰ ਰਿਪੀਟ ਕਰਦਾ, ਜਦੋਂ ਇੱਥੇ ਆਨਸਰ 0 ਆਵੇ ਉਦੋਂ ਇਹ ਇੰਟੈਗਰਲ ਕਨਵਰਜ ਹੋਣਾ ਚਾਹੀਦਾ। ਬਟ ਇੱਥੇ ਇਨਫਿਨਿਟੀ ਆਇਆ, ਬਟ g(x) ਦਾ ਇੰਟੈਗਰਲ ਇਨਫਿਨਿਟੀ ਵਾਲੇ ਕੇਸ 'ਚ ਡਾਇਵਰਜੈਂਟ ਹੋਣਾ ਚਾਹੀਦਾ ਸੀ, ਬਟ ਇਹ ਤਾਂ ਕਨਵਰਜੈਂਟ ਆ ਕਿਉਂਕਿ p ਦੀ ਵੈਲਿਊ 2 ਆ। ਇਸ ਕਰਕੇ t² ਤਾਂ ਲੈ ਹੀ ਨਹੀਂ ਸਕਦੇ, 1/t² ਤਾਂ ਲੈ ਹੀ ਨਹੀਂ ਸਕਦੇ। ਅੱਛਾ, ਫਿਰ ਆਪਾਂ t³ ਕਰਕੇ ਦੇਖ ਲਈਏ। ਤੁਸੀਂ ਕਹੋਗੇ ਸਰ ਕਿਊਬ ਕਰਕੇ ਦੇਖੋ, ਜੇ ਕਿਊਬ ਕਰੋਗੇ ਤਾਂ ਇੱਥੇ ਕਿਊਬ ਆ ਜਾਏਗਾ। ਮੈਂ ਜਸਟ ਇੱਕ ਡਾਊਟ ਕਲੀਅਰ ਕਰਨ ਜਾ ਰਿਹਾ ਤੁਹਾਡਾ। ਇੱਥੇ ਆ ਜਾਣਾ ਫਿਰ 3t² ਕਰੋਗੇ ਤਾਂ ਦੈਨ ਅਗੇਨ ਇਹ 3t³ ਹੋ ਜਾਣਾ, ਅਗੇਨ ਟੈਂਡਿੰਗ ਟੂ ਇਨਫਿਨਿਟੀ। ਇਨਫਿਨਿਟੀ ਵਾਲੇ ਕੇਸ ਵਿੱਚ g(x) ਦਾ ਇੰਟੈਗਰਲ ਕਨਵਰਜ ਹੋਣਾ ਚਾਹੀਦਾ, ਡਾਇਵਰਜ ਹੋਣਾ ਚਾਹੀਦਾ ਸੀ, ਬਟ ਇਹ ਫਿਰ ਕਨਵਰਜ ਕਰ ਰਿਹਾ ਕਿਉਂਕਿ p ਦੀ ਵੈਲਿਊ 3 ਆ। ਇਸ ਕਰਕੇ ਇਹ ਵੀ ਨਹੀਂ ਲੈ ਸਕਦੇ, ਇੱਦਾਂ ਤੁਸੀਂ t4 ਵੀ ਨਹੀਂ ਲੈ ਸਕਦੇ। ਉਹਦਾ ਕਹਿਣ ਦਾ ਮੀਨਿੰਗ ਇਹ ਹੋਣਾ ਕਿ ਇਨਫਿਨਿਟੀ ਵਾਲੇ ਕੇਸ ਵਿੱਚ ਡਾਇਵਰਜੈਂਟ ਹੋਣਾ ਚਾਹੀਦਾ, ਬਟ ਜੇ ਅਸੀਂ ਪਾਵਰ ਜ਼ਿਆਦਾ ਲੈ ਰਹੇ ਹਾਂ ਨਾ ਉਹ ਕਨਵਰਜ ਹੋ ਰਿਹਾ ਕਿਉਂਕਿ p ਦੀ ਵੈਲਿਊ ਗ੍ਰੇਟਰ ਦੈਨ 1 'ਤੇ ਕਨਵਰਜ ਹੁੰਦਾ। ਇਨਫਿਨਿਟੀ ਵਾਲੇ ਕੇਸ ਵਿੱਚ ਡਾਇਵਰਜੈਂਟ ਹੋਣਾ ਚਾਹੀਦਾ ਸੀ, ਬਟ ਉਹ ਕਨਵਰਜ ਕਰ ਰਹੇ ਆ। ਇਹਦਾ ਮੀਨਿੰਗ ਇਹ ਹੋਇਆ ਜੇ ਇੱਥੇ ਇਨਫਿਨਿਟੀ ਆ ਰਹੀ ਆ ਤਾਂ ਇੱਥੇ t ਦੀ ਪਾਵਰ 1 ਜਾਂ 1 ਤੋਂ ਘੱਟ ਹੋਣੀ ਚਾਹੀਦੀ। ਤੁਸੀਂ ਘੱਟ ਲੈ ਸਕਦੇ ਆ, ਤੁਸੀਂ t ਨੂੰ 1/2, 1/3, 1 ਤੋਂ ਲੈਸ ਕੁਛ ਵੀ ਲੈ ਸਕਦੇ ਹੋ। ਤੁਸੀਂ ਸਪੋਜ਼ ਕਰੋ ਤੁਸੀਂ 1/2 ਲੈ ਕੇ ਦੇਖਿਓ। 1 ਜੇ ਤੁਸੀਂ 2 ਲਓਗੇ ਤਾਂ ਫਿਰ ਤੁਹਾਡਾ ਬਿਲਕੁਲ ਸਹੀ ਆਏਗਾ। ਇੱਥੇ 'ਚ ਸਪੋਜ਼ ਕਰੋ ਇਨਫਿਨਿਟੀ ਆ ਜਾਏਗਾ ਇਨਫਿਨਿਟੀ। ਇਹ ਵੀ ਡਾਇਵਰਜ ਕਰ ਰਿਹਾ ਕਿਉਂਕਿ p ਦੀ ਵੈਲਿਊ 1 ਤੋਂ ਘੱਟ ਆ। ਇਹ ਤੁਹਾਡਾ ਮੈਨੂੰ ਲੱਗਦਾ ਕਿ ਹੁਣ ਡਾਊਟ ਕਲੀਅਰ ਹੋ ਚੁੱਕਿਆ ਹੋਏਗਾ। ਹੁਣ ਅਸੀਂ ਕਰਾਂਗੇ ਨੈਕਸਟ ਕੁਐਸਚਨ। ਹੁਣ ਅਸੀਂ ਕਰਾਂਗੇ ਨੈਕਸਟ ਕੁਐਸਚਨ ਵਿਚ ਇਜ਼ ਥਰਡ ਪਾਰਟ। ਹੁਣ ਅਸੀਂ ਕਰਾਂਗੇ ਥਰਡ ਪਾਰਟ 0 to infinity x tan inverse x upon 1 plus x4 raised to power 1/3 dx। ਫਸਟ ਅਸੀਂ ਕੀ ਕਰਾਂਗੇ ਕਿ ਜਿਹਨੂੰ ਬ੍ਰੇਕ ਕਰਕੇ ਲਿਖਾਂਗੇ 0 to 1 ਕਿਉਂਕਿ ਅਸੀਂ ਕੰਪੈਰੀਜ਼ਨ ਟੈਸਟ ਯੂਜ਼ ਕਰਨਾ ਅਤੇ ਕੰਪੈਰੀਜ਼ਨ ਟੈਸਟ ਵਿੱਚ ਅਸੀਂ ਫਰਦਰ p ਟੈਸਟ ਚੂਜ਼ ਕਰਨਾ। ਤਾਂ p ਟੈਸਟ ਐਪਲੀਕੇਬਲ ਉਦੋਂ ਹੀ ਆ ਜਦੋਂ ਗ੍ਰੇਟਰ ਦੈਨ 0 ਤੋਂ ਸਟਾਰਟ ਹੋਣਾ ਚਾਹੀਦੀ ਆ, ਲੋਅਰ ਲਿਮਟ ਗ੍ਰੇਟਰ ਦੈਨ 0 ਹੋਣਾ ਚਾਹੀਦਾ।
प्लस इत्थे आ जाएगा 1 टू इनफिनिटी, इत्थे आ जाएगा सेम एज इट इज़, इत्थे लिख दिओ। ये मेरा हो जाएगा I1, ये मेरा हो जाएगा I2। हुण I1 बड़े ध्यान नाल समझना, I1 ਨੂੰ ਤੁਸੀਂ बड़े ध्यान नाल समझो। I1 की है साडे कोल x tan इनवर्स x, ये इंप्रॉपर इंटैगरल ऑफ सैकेंड काइंड आ। क्यों? अच्छा सॉरी सैकेंड काइंड नहीं हैगा, असी ये कहांगे कि फस्ट काइंड नहीं हैगा क्योंकि लिमिट्स फाइनाइट आ, सो फस्ट काइंड नहीं, सैकेंड काइंड की पॉसिबिलिटी हो सकती है। चैक कर लीए, जीरो पुट करके देखो, जीरो पुट करोगे 0 इंटू समथिंग, जीरो ही हो गया, 0 ओवर समथिंग, जीरो जीरो आ रहा, फाइनाइट आ रहा, इस करके जीरो पुट किए तो डिसकॉन्टीन्यूटी नहीं आ रही। हुण 1 पुट करके देख लो, 1 पुट करोगे 1 tan इनवर्स 1, किते भी इनफिनिटी नहीं आ रहा, सो 1 पुट कितिया भी कोई डिसकॉन्टीन्यूटी नहीं आ रही, मतलब फाइनाइट ही आ रहा। यदा मतलब ये तो है ही प्रॉपर आ, इज़ प्रॉपर इंटैगरल, ये प्रॉपर आ। जे प्रॉपर आ सो मैं ये कहूँगा कि I1 तो है ही कन्वर्जेंट आ। ठीक है जी, ये प्रॉपर इंटैगरल आ, ना ये फस्ट काइंड आ ना ये सैकेंड काइंड आ, ये प्रॉपर आ, ये इंटैगरल प्रॉपर आ। हाँ जी ठहर के, हाँ जी हुण असीं I2 चैक करते हैं। I2 चैक करांगे 1 टू इनफिनिटी x tan इनवर्स x अपॉन 1 प्लस x4 रेस टू पावर 1/3 dx। कंपैरिजन टेस्ट यूज़ करना, f(x) या मेरे कोल x tan इनवर्स x 1 प्लस x4 रेस टू पावर 1/3 gx की चूज़ करोगे, gx की चूज़ करना वो ध्यान ना समझो। नीचे हाईएस्ट पावर 4 पावर 1/3 कहने मीनिंग x रेस टू पावर 4/3, ऊपर x एक माइनस हो जाएगी पावर तो की हो जाएगा x रेस टू पावर 1/3 कहने मीनिंग है असी gx चूज़ करना x रेस टू पावर 1/3, gx चूज़ किया x रेस टू पावर 1/3, x रेस टू पावर 4/3 -1। ठीक है जी, हुण असी लिमिट कैलकुलेट करांगे, लिमिट x टेंडिंग टू इनफिनिटी f(x) अपॉन gx, ये असी लिमिट कैलकुलेट करनी है। लिमिट x टेंडिंग टू इनफिनिटी x tan इनवर्स x अपॉन 1 प्लस x4 रेस टू पावर 1/3 रेस टू पावर 1/3, इनू असीं हुण सिंपलीफाई करांगे, ये बेस सेम पावर ऐड हो जाएगी फरदर। हाँ जी उम्मीद करदा कि तुहानूं समझ आ चुकी होएगी। ये साडा गिवन इंटैगरल आ I, इनू असीं ब्रेक किया I1 प्लस I2, I1 प्रॉपर हो गया, असीं I2 चैक करते पे हैं। किनू चैक करते पे हैं असीं I2 नूं। ठीक है जी, I2 नूं चैक करते पे हैं, इस चीज़ का ख्याल रखना तुसीं। I2 चैक हो रहा, हाँ जी की हो गया है, लिमिट x टेंडिंग टू इनफिनिटी, ये बेस सेम पावर ऐड करोगे, ये होगी 4/3 tan इनवर्स x, नीचों x4 कॉमन करोगे बट पावर 1/3 या 4/3 हो गया, 1 अपॉन x4 प्लस 1 रेस टू पावर 1/3, ये होगी कैंसल आउट। सो लिमिट x टेंडिंग टू इनफिनिटी tan इनवर्स x, सिर्फ ये बच्चा साढ़े कोल 1 अपॉन x4 प्लस 1 रेस टू पावर 1/3। हाँ जी ये हो गया 1/∞, 0 0 प्लस 1 1, नीचे हो गया 1, उत्ते आ गया tan इनवर्स इनफिनिटी विच इज़ π/2, सो विच इज़ नॉन जीरो फाइनाइट। सो ये कंपैरिजन टेस्ट का फस्ट केस बनया, बिहेवियर सेम बाय कंपैरिजन टेस्ट, बाय कंपैरिजन टेस्ट इंटैगरल ऑफ असी I2 चैक करते पे हैं। I2 सी 1 टू इनफिनिटी f(x) dx, ये I2 सी I2 एंड इंटैगरल ऑफ 1 टू इनफिनिटी gx dx, ये असी चैक करांगे, ये असी चैक कर रहे हैं इंटैगरल
ਬਿਹੇਵੀਅਰ ਸੇਮ ਜਾਂ ਕਹਿ ਲਓ ਕਨਵਰਜੈਂਟ ਔਰ ਡਾਇਵਰਜੈਂਟ ਟੂਗੈਦਰ। ਇਹ ਪਹਿਲਾ ਕੇਸ ਆ ਕੰਪੈਰੀਜ਼ਨ ਟੈਸਟ ਦਾ ਕਿ ਇਹਨਾਂ ਦਾ ਬਿਹੇਵੀਅਰ ਸੇਮ ਆ, ਬਟ ਅਸੀਂ ਇਹਨੂੰ ਚੈੱਕ ਕਰਾਂਗੇ ਜੋ ਅਸੀਂ ਆਪ ਸਿਲੈਕਟ ਕੀਤਾ, ਅਸੀਂ ਆਪ ਚੂਜ਼ ਕੀਤਾ, ਅਸੀਂ ਇਹਨੂੰ ਚੈੱਕ ਕਰਾਂਗੇ ਕਿ ਇਹ ਕਨਵਰਜ ਕਰੇਗਾ ਤਾਂ ਕਹਿ ਦਾਂਗੇ ਇਹ ਵੀ ਕਨਵਰਜ ਕਰਦਾ, ਇਹ ਡਾਇਵਰਜ ਕਰੂਗਾ ਤਾਂ ਕਹਿ ਦਾਂਗੇ ਇਹ ਵੀ ਡਾਇਵਰਜ ਕਰਦਾ। ਇਸ ਕਰਕੇ ਅਸੀਂ ਇਹਨੂੰ ਚੈੱਕ ਕਰ ਲਈਏ। ਬਟ 1 to infinity gx dx is equal to 1 to infinity and value of gx is 1/3 dx is divergent। ये तो हो गया divergent 4/3 सी में भी हाँ नहीं 1/3 हाँ जी ਡਾਇਵਰਜੈਂਟ। ਕਿਉਂ ਡਾਇਵਰਜੈਂਟ? ਐਜ਼ ਰੀਜ਼ਨ ਕੀ ਹੈ ਉਹਦਾ ਪੀ ਦੀ ਵੈਲਿਊ 1/3 ਲੈਸ ਦੈਨ 1, ਇਸ ਕਰਕੇ ਇਹ ਡਾਇਵਰਜੈਂਟ ਹੈ। ਜੇ ਇਹ ਡਾਇਵਰਜੈਂਟ ਹੈ ਸੋ I2 ਇਜ਼ ਡਾਇਵਰਜੈਂਟ, ਕਿਉਂਕਿ ਬਿਹੇਵੀਅਰ ਸੇਮ ਹੈ। ਇਹ ਡਾਇਵਰਜੈਂਟ ਹੈ ਇਸ ਕਰਕੇ I2 ਵੀ ਡਾਇਵਰਜੈਂਟ। ਹਾਂ ਹੁਣ I1 ਕਨਵਰਜੈਂਟ ਸੀ ਬਟ I2 ਆ ਗਿਆ ਡਾਇਵਰਜੈਂਟ, ਸੋ ਗਿਵਨ ਇੰਟੈਗਰਲ ਇਜ਼ ਡਾਇਵਰਜੈਂਟ। ਸੋ ਗਿਵਨ ਇੰਟੈਗਰਲ ਇਜ਼ ਡਾਇਵਰਜੈਂਟ। ਇਹ ਸਾਡਾ ਇਹ ਕੁਐਸਚਨ ਵੀ ਹੋ ਗਿਆ। ਹੁਣ ਅਸੀਂ ਨੈਕਸਟ ਕੁਐਸਚਨ ਕਰਨ ਜਾ ਰਹੇ ਹਾਂ। ਕੁਐਸਚਨ ਇਹ 4th ਜੋ ਮੈਂ ਪਹਿਲਾਂ ਲਿਸਟ ਵਿੱਚ ਮੈਂਸ਼ਨ ਕਰ ਚੁੱਕੇ ਹਾਂ, ਇਹ ਅਸੀਂ ਕੁਐਸਚਨ ਕਰਾਂਗੇ। ਇਸ ਤੋਂ ਬਾਅਦ ਕੁਝ ਹੋਰ ਕੁਐਸਚਨ ਵੀ ਅਸੀਂ ਕਰਾਂਗੇ। 4th ਪਾਰਟ ਇਹਦਾ ਨਾਮ ਰੱਖਾਂਗੇ I 0 to infinity x log x। ਇੱਕ ਸਪੈਸ਼ਲ ਕੁਐਸਚਨ ਆ ਅਤੇ ਬਹੁਤ ਇੰਪੋਰਟੈਂਟ ਕੁਐਸਚਨ ਆ ਇਹ। ਐਕਚੁਅਲੀ ਇਹ ਸਾਰੇ ਕੁਐਸਚਨ ਹੀ ਬਹੁਤ ਇੰਪੋਰਟੈਂਟ ਆ ਜੋ ਅਸੀਂ ਅੱਜ ਦੇ ਇਸ ਲੈਕਚਰ 'ਚ ਕਰਦੇ ਪਏ ਹਾਂ। ਇਹ ਕੁਐਸਚਨ ਵੀ ਵੈਰੀ ਇੰਪੋਰਟੈਂਟ ਆ, ਇੰਪੋਰਟੈਂਟ ਕੁਐਸਚਨ ਆ। ਇਹ ਸੈੱਟ ਹੋ ਸਕਦਾ ਕੁਐਸਚਨ ਐਗਜ਼ਾਮ ਦੇ ਅੰਦਰ, ਸੋ ਬਹੁਤ ਇੰਪੋਰਟੈਂਟ ਕੁਐਸਚਨ। ਹਾਂਜੀ ਇਹਨੂੰ ਵੀ ਅਸੀਂ ਬ੍ਰੇਕ ਕਰਕੇ ਲਿਖਾਂਗੇ 0 to 1 x tan ਇਨਵਰਸ x upon 1 plus x square raised to power 2 dx plus 1 to infinity x tan इनवर्स x 1 plus x square dx। ਇਹ ਹੋ ਗਿਆ I1, ਇਹ ਹੋ ਗਿਆ I2। ਬੜੇ ਧਿਆਨ ਨਾਲ ਸਮਝਣਾ, ਬੜੇ ਧਿਆਨ ਨਾਲ ਸਮਝਿਓ। log x, log x ਇੱਥੇ ਵੀ ਸੀ log x। ਹਾਂਜੀ ਬੜੇ ਧਿਆਨ ਨਾਲ ਸਮਝਣਾ, ਇਹਦਾ ਸਪੈਸ਼ਲ ਮੈਥਡ ਆ। ਸੋ I2 ਨੂੰ ਮੈਂ ਪਹਿਲਾਂ ਦੇਖੂੰਗਾ। I2 ਆ ਮੇਰੇ ਕੋਲ 1 to infinity x of log x 1 plus x square raised to power 2 dx। ਕੀ ਕਰਨਾ ਤੁਸੀਂ ਇਸ ਕੁਐਸਚਨ ਦੇ ਅੰਦਰ? ਪੁੱਟ x ਨੂੰ ਤੁਸੀਂ 1/t ਸਬਸਟੀਟਿਊਟ ਕਰਨਾ, 1/t ਤੁਸੀਂ ਸਬਸਟੀਟਿਊਟ ਕਰੋਗੇ ਇਸ ਕੁਐਸਚਨ ਦੇ ਅੰਦਰ। ਸੋ dx ਹੋ ਜਾਏਗਾ ਸਾਡਾ -1/t ਸਕੁਏਅਰ dt। ਲਿਮਿਟਸ ਵੀ ਚੇਂਜ ਹੋਣਗੀਆਂ, ਬੜੇ ਧਿਆਨ ਨਾਲ ਸਮਝਣਾ ਤੁਸੀਂ। ਲਿਮਿਟਸ ਵੀ ਚੇਂਜ ਹੋਣਗੀਆਂ ਵੈਨ x1 ਪੁੱਟ ਕਰੋਗੇ ਸੋ t ਵੀ ਆ ਜਾਏਗਾ 1। ਤੁਸੀਂ t ਨੂੰ 1/x ਵੀ ਲਿਖ ਸਕਦੇ ਆ, ਕੋਈ ਪ੍ਰੋਬਲਮ ਨਹੀਂ। ਹਾਂਜੀ x1 then t is 1 then t is also 1। ਇਨਫਿਨਿਟੀ ਪੁੱਟ ਕਰੋ ਵੈਨ x tending to infinity 1 over infinity is 0 so t is 0। so I2 changes to ਲਿਮਿਟਸ ਆ ਗਈਆਂ 1 to 0, ਲਿਮਿਟਸ ਆ ਗਈਆਂ 1 to 0। x ਨੂੰ ਸਬਸਟੀਟਿਊਟ ਕੀਤਾ 1/t, log x ਨੂੰ ਅਸੀਂ ਸਬਸਟੀਟਿਊਟ ਕੀਤਾ log 1/t ਓਕੇ ਓਵਰ 1 plus 1/t ਸਕੁਏਅਰ ਹੋਲ ਸਕੁਏਅਰ। dx ਕੀ ਹੈ ਮੇਰੇ ਕੋਲ -1/t ਸਕੁਏਅਰ dt। ਇਹ ਅਸੀਂ ਸਬਸਟੀਟਿਊਟ ਕਰ ਦਿੱਤਾ। ਮਾਈਨਸ ਲਿਮਿਟਸ ਆਫ ਇੰਟੈਗਰੇਸ਼ਨ ਚੇਂਜ ਕਰ ਦਾਂਗੇ
लिमिट्स ऑफ इंटैग्रेशन चेंज कर दो, 0 टू इनफिनिटी कर दो। ये प्रॉपर्टी आ डेफिनेट इंटैग्रल दी। सो फरदर हाँ जी, टी स्केयर ले लो एलसीएम, टी स्केयर ले लो एलसीएम, हाँ जी, 1/t क्यूब, 1/t स्केयर, 1/t, 1/t क्यूब। सो लॉग ऑफ 1 माइनस लॉग ऑफ टी, लॉग 1 लॉग m ओवर n, लॉग m माइनस लॉग n। इत्थे भी तुसी एलसीएम लाओ ओवर च, टी स्केयर एलसीएम ये हो गया टी स्केयर प्लस 1 होल स्केयर भी है डी टी। इत्थे इस स्टैप ते असीं पहुँच चुके हैं। फरदर 0 टू इनफिनिटी 1/t स्केयर, इनू जे मैं रेसिप्रोकल करदा ये आ जाना इत्थे हैगा क्यूब, ये हो गया t⁴ log 1 0 माइनस log t अपॉन 1 प्लस टी स्केयर, ये टी स्केयर से t4 हो गया, ये पावर तो होगी कैंसल आउट डी टी। सो ये मेरे को आ गया 0 टू इनफिनिटी माइनस टी log t अपॉन 1 प्लस टी स्केयर रेस टू पावर 2 डी टी। बड़े ध्यान नाल देखो, हुण जे मैं वेरीएबल चेंज कर देवां, क्योंकि ये भी डेफिनेट इंटैग्रल की प्रॉपर्टी है, असीं वेरीएबल चेंज कर सकते हैं। बड़े ईजी स्टैप है, सारे तुसीं समझ चुके होवोगे। ये I2 मेरे को फिर की आ जाता, फरदर I2 की मिल गया। सो I2 की मिल गया, मैं वेरीएबल चेंज करन जा रहा 0 टू इनफिनिटी x log x 1 प्लस एक्स स्केयर डी एक्स। वेरीएबल चेंज करते, रिप्लेस करता टी नू एक्स दे नाल। सो ये तो सेम यही इंटैग्रल बन गया जो इत्थे आ, बिल्कुल सेम ही आ गया। ये किहड़ा इंटैग्रल आ गया I1, ये तो I1 इंटैग्रल मिल गया। इत्थे 1 सॉरी इत्थे 1 सी भी जो असीं लिमिट्स चेंज कीतियां सी, इत्थे 1 सी, सॉरी इत्थे 1 सी। सो ये किहड़ा इंटैग्रल आ गया, ये तो बिल्कुल उही सेम आ गया जो I1 सी। सो I2 की वैल्यू आ गई माइनस I1। असी इस स्टैप च पुट करांगे, सबस्टिट्यूट करांगे। मैं स्टैप का नेम दे देना स्टार। सो स्टार स्टैप इंपलाइज I सी I1 माइनस I प्लस I2। सो I इज़ गिवन इंटैग्रल एंड I1 प्लस वैल्यू ऑफ I2 इज़ माइनस I1, so which is 0. So given integral is converges to 0. So given integral is convergent to 0. हुण असीं कुछ होर क्वेश्चनस करांगे। हाँ जी, हुण ये असीं नैक्सट क्वेश्चन करन जा रहे हैं। ये वाला इंटैग्रल असीं ਇਹਦਾ ਕਨਵਰਜੈਂਸ ਚੈੱਕ ਕਰਾਂਗੇ ਕਿ ਕਨਵਰਜ ਕਰ ਰਿਹਾ ਜਾਂ ਡਾਇਵਰਜ ਕਰ ਰਿਹਾ। ਤੇ ਅਸੀਂ ਸਬਸਟੀਟਿਊਟ ਕੀ ਕਰਨਾ, log 1/x ਨੂੰ ਅਸੀਂ ਕੋਈ ਸਬਸਟੀਟਿਊਟ ਕਰਾਂਗੇ, ਉਹ ਸਾਨੂੰ ਸਟੇਟਮੈਂਟ 'ਚ ਗਿਵਨ ਆ। ਸੋ ਸੋਲਵ ਕਰੀਏ। ਪੁੱਟ log 1/x ਨੂੰ ਸਪੋਜ਼ ਕਰੋ ਅਸੀਂ ਟੀ ਸਬਸਟੀਟਿਊਟ ਕਰ ਲੈਂਦੇ ਹਾਂ। ਫਰਦਰ 1/x e⁻t and further x e minus t. So further dx is minus e minus t dt। ये असीं सबस्टिट्यूट किया। लिमिट्स भी चेंज होणगियां when x 0 1/0 infinity and log infinity is infinity, then t tending to infinity. When x is 1, 1/1 is 1 and log 1 is 0, so t is 0. So log 1 is 0. So this integral must be
इज़ इक्वल टू वो असी हुण लिखांगे वैल्यूज़ सबस्टिट्यूट करांगे। हाँ जी, आई लिमिट्स ऑफ टी इज़ इनफिनिटी टू 0। एक्स नूं असीं सबस्टिट्यूट कर चुके हैं ई माइनस टी रेस टू पावर पी log 1 upon x ਨੂੰ ਅਸੀਂ ਸਬਸਟੀਟਿਊਟ ਕਰ ਚੁੱਕੇ ਹਾਂ t, ਸੋ t ਰੇਸ ਟੂ ਪਾਵਰ q ਐਂਡ dx ਹੈ ਜੀ ਮਾਈਨਸ e ਮਾਈਨਸ t ਆਫ dt। ਮਾਈਨਸ ਨੂੰ ਐਡਜਸਟ ਕਰੋ ਐਂਡ ਲਿਮਿਟ ਆਫ ਇੰਟੈਗਰੇਸ਼ਨ ਚੇਂਜ ਕਰ ਦਿਓ 0 ਟੂ ਇਨਫਿਨਿਟੀ। ਹਾਂਜੀ, t ਰੇਸ ਟੂ ਪਾਵਰ q ਐਂਡ ई रेस टू पावर ये है माइनस पी टी, माइनस में जो कॉमन कर लिए तो वो रह गया पी टी, ये हो गया पी टी, ये हो गया प्लस टी, पी टी प्लस टी डी टी। इत्थे असी पहुँचते हैं, थोड़ा जिहा होर सिंपलीफाई करिए 0 टू इनफिनिटी टी रेस टू पावर बाद च लिखदा मैं, बाद च मैंशन करते हैं, चलो कर दो क्यू माइनस पी प्लस 1 टी कॉमन डी टी। हाँ जी, इत्थे टी रेस टू पावर क्यू एज इट इज़। इस स्टैप ते पहुँचे तुसीं देख रहे होने कि असीं एक गामा टैसट पढ़िया सी, असीं अपने फस्ट लैक्चर च ही गामा टैसट में कुछ क्वेश्चन सॉल्व किए सी कि जदों इंटैगरल इस टाइप का होवे, किस टाइप का होवे, इत्थे होवे ई रेस टू पावर माइनस एक्स डी एक्स, इत्थे साडे कोल एक्स एन माइनस 1 होवे, इदां दा जिहड़ा एंड लिमिट्स 0 तो स्टार्ट हो 0 टू इनफिनिटी, ये एक गामा फंक्शन हुंदा। ये कन्वर्ट कदों करदा वैन एन ग्रेटर दैन 0, वैन एन ग्रेटर दैन 0 वो उस फिर इंटैगरल नूं असीं कहांगे कि ये कन्वर्ट कर रहा इंटैगरल। ये सी गामा टैस्ट दी स्टेटमेंट, ये सी गामा टैस्ट की स्टेटमेंट। वो इत्थे असी मैच करने की कोशिश करांगे, बट इत्थे ई माइनस एक्स होना चाहिए, ई माइनस एक्स होना चाहिए, माइनस तो है टी डी टी चाहिए सी, पी प्लस 1 तो इत्थे एक्स्ट्रा ही आ। इहदा मीनिंग आ कि इनू असी कुछ सबस्टिट्यूट कर लीए, इनू असी हुण की करिए कुछ सबस्टिट्यूट कर लीए, फिर गामा फंक्शन च असी इनू चेंज कर देंगे। की करिए, पुट पी प्लस 1 नूं चलो वाई सपोज कर लो, वेरीएबल चेंज कर दिए, पी प्लस 1 नूं मैं पी प्लस 1 टी विलाओ नाल इनू मैं वाई सपोज कर लिया, सो टी आ गया मेरे कोल वाई अपॉन पी प्लस 1 एंड फरदर डी टी आ गया मेरे कोल डी वाई अपॉन पी प्लस 1। इत्थे पहुँच गए तो लिमिट्स तो सेम ही रहनी है। when t is 0 y 0, when t infinity then y is also infinity, so limits तो रहनगियां सेम 0 to infinity। सो t नूं मैं की पुट कर रहा, मैं t नूं सबस्टिट्यूट कर रहा y अपॉन p प्लस 1 रेस टू पावर q, जिथे भी t सी उत्थे मैं सबस्टिट्यूट कर रहा y अपॉन पी प्लस 1। इत्थे भी वैसे बिल्कुल एवें करांगे, ई रेस टू पावर माइनस वाई एंड डी टी इज़, इनू असीं सबस्टिट्यूट की कीता वाई एंड डी टी इज़ डी वाई अपॉन पी प्लस 1। हाँ जी, 0 टू इनफिनिटी वाई रेस टू पावर क्यू, ई रेस टू पावर माइनस वाई डी वाई भी ठीक है, पी प्लस 1 रेस टू पावर क्यू, ये हो गया मेरे कोल पी प्लस 1 रेस टू पावर क्यू प्लस 1। ये तो कॉन्सटेंट है, इनू असीं लिखांगे आउटसाइड 0 टू इनफिनिटी, आउटसाइड लिखो इनू 1 अपॉन पी प्लस 1 रेस टू पावर क्यू प्लस 1, ये हो गया आउटसाइड। ओके, तो की बचा वाई रेस टू पावर 1 ऐड कर दो एंड 1 माइनस कर दो, गामा फंक्शन हुण क्लीयर हो रहा होएगा तुहानूं। हाँ जी,
e रेस टू पावर माइनस वाई dy y रेस टू पावर n माइनस 1 0 टू इनफिनिटी। कदों कन्वर्ट करता है इंटैगरल? वैन 1 प्लस क्यू ग्रेटर दैन 0। सो इट इज़ गामा फंक्शन। So it is gamma function and can be written as 1 upon p plus 1 raised to power q plus 1 and gamma function the a notation है 1 plus q and is convergent. So given integral is convergent if 1 plus q greater than 0, that is if q greater than minus 1, q greater than minus 1। ਇਹ ਸੀ ਸਾਡਾ ਗਾਮਾ ਫੰਕਸ਼ਨ। ਉਮੀਦ ਕਰਦਾ ਕਿ ਤੁਹਾਨੂੰ ਇਹ ਸਮਝ ਆ ਚੁੱਕਿਆ ਹੋਏਗਾ। ਠੀਕ ਹੈ ਜੀ, ਉਮੀਦ ਕਰਦਾ ਕਿ ਤੁਹਾਨੂੰ ਇਹ ਸਮਝ ਆ ਚੁੱਕਿਆ ਹੋਏਗਾ। ਇਹ ਕੁਐਸਚਨ ਵੀ ਇੰਪੋਰਟੈਂਟ ਕੁਐਸਚਨ ਸੀ। ਹੁਣ ਕੁਛ ਕੁਐਸਚਨ ਹੋ ਰਿਹਾ, ਉਹ ਮੈਂ ਐਗਜ਼ਾਮਪਲ ਆ ਉਹਦੇ ਬਾਰੇ ਥੋੜ੍ਹਾ ਜਿਹਾ ਡਿਸਕਸ ਕਰਾਂ, ਫਿਰ ਅਸੀਂ ਇਸ ਵੀਡੀਓ ਨੂੰ ਖ਼ਤਮ ਕਰਦੇ ਹਾਂ। ਸਾਡੇ ਅਗਲੇ ਵੀਡੀਓ 'ਚ ਤੁਸੀਂ ਦੇਖੋਗੇ ਡਿਰਿਚਲਟ ਟੈਸਟ। ਅਗਲੀ ਵੀਡੀਓ 'ਚ ਅਸੀਂ ਕਰਾਂਗੇ ਡਿਰਿਚਲਟ ਟੈਸਟ। ਅਗਲੀ ਵੀਡੀਓ 'ਚ ਹੋਏਗਾ ਡਿਰਿਚਲਟ ਟੈਸਟ। ਹੁਣ ਮੈਂ 2 ਕੁਐਸਚਨ ਲਿਖਣ ਲੱਗਿਆ ਜਿਹਦੇ ਲਈ ਤੁਹਾਨੂੰ ਵੇਟ ਕਰਨਾ ਪਏਗਾ। ਮੈਂ ਅੱਜ ਨਹੀਂ ਕਰਾ ਰਿਹਾ, ਉਹਦਾ ਇੱਕ ਰੀਜ਼ਨ ਆ। ਤੇ ਬਿਲਕੁਲ ਅਲੱਗ ਮੈਥਡ ਨਾਲ ਕਰਾਵਾਂਗੇ ਅਸੀਂ। ਹੁਣ ਤੱਕ ਕਿਸੇ ਨੇ ਵੀ ਉਸ ਮੈਥਡ ਨਾਲ ਨਹੀਂ ਕਰਾਇਆ ਹੋਏਗਾ। ਇੱਕ ਇਹ ਵਾਲਾ ਕੁਐਸਚਨ ਫਸਟ, ਇੱਕ ਇਹ ਵਾਲਾ ਕੁਐਸਚਨ ਸੈਕਿੰਡ 0 ਟੂ ਇਨਫਿਨਿਟੀ 1 upon x minus 1 upon sin hyperbolic x into dx upon x। ਇੱਕ ਇਹ ਕੁਐਸਚਨ, ਇੱਕ ਆਰਟੀਕਲ ਕਰਨਾ ਅਸੀਂ ਆਫ ਗਾਮਾ ਫੰਕਸ਼ਨ ਦਾ। ਇਹ ਮੈਂ ਹਜੇ ਨਹੀਂ ਕਰਵਾ ਰਿਹਾ। ਇਹ ਕਦੋਂ ਕਰਨਾ ਅਸੀਂ? ਆਫਟਰ ਸੈਕਿੰਡ ਕਾਈਂਡ। ਕਹਿਣ ਦਾ ਮੀਨਿੰਗ ਆ ਜੋ ਸਾਡਾ ਇਹ 4th ਚੈਪਟਰ ਚੱਲਦਾ ਪਿਆ 4th ਡੀ ਦੇ ਨਾਲ ਅਸੀਂ ਕਰਾਂਗੇ। ਉਹਦਾ ਰੀਜ਼ਨ ਇਹ ਆ, ਚਾਹੇ ਉਹ ਗਾਮਾ ਫੰਕਸ਼ਨ ਦਾ ਆਰਟੀਕਲ ਆ, ਬੀਟਾ ਫੰਕਸ਼ਨ ਵੀ ਕਰਾਂਗੇ, ਉਹ ਸੈਕਿੰਡ ਕਾਈਂਡ 'ਚ ਆਉਣਾ। ਅਸੀਂ ਗਾਮਾ ਫੰਕਸ਼ਨ ਯੂਜ਼ ਕਰ ਚੁੱਕੇ ਹਾਂ, ਬਟ ਜਿਹਦਾ ਜੋ ਆਰਟੀਕਲ ਆ ਉਹ ਅਸੀਂ ਡੀ ਐਕਸਰਸਾਈਜ਼ ਕਰਨ ਤੋਂ ਬਾਅਦ ਕਰਨਾ, ਸੈਕਿੰਡ ਕਾਈਂਡ ਕਰਨ ਤੋਂ ਬਾਅਦ ਕਰਨਾ, ਕਿਉਂਕਿ ਬਹੁਤ ਯੂਜ਼ ਹੋਣੀ ਆ। ਇਹ ਕੁਐਸਚਨ ਇਹ ਵਾਲਾ ਅਤੇ ਇਹ ਵਾਲਾ ਮੋਸਟ ਇੰਪੋਰਟੈਂਟ ਆ, ਮੋਸਟ ਇੰਪੋਰਟੈਂਟ। ਇਹਨਾਂ 'ਚੋਂ ਮੋਸਟਲੀ ਇੱਕ ਕੁਐਸਚਨ ਸੈੱਟ ਹੋ ਹੀ ਜਾਂਦਾ ਐਗਜ਼ਾਮ ਦੇ ਵਿੱਚ, ਅਤੇ ਅਸੀਂ ਬਹੁਤ ਹੀ ਵਧੀਆ ਈਜ਼ੀ ਵੇ ਦੇ ਨਾਲ ਕਰਾਂਗੇ। ਹਜੇ ਨਹੀਂ ਕਰਾਂਗੇ, ਮੈਂ ਜਿਵੇਂ ਕਿ ਦੱਸ ਚੁੱਕਿਆ 4D ਐਕਸਰਸਾਈਜ਼ ਸੈਕਿੰਡ ਕਾਈਂਡ ਜਦੋਂ ਕਰਨੀ ਆ ਉਦੋਂ ਕਰਾਂਗੇ, ਕਿਉਂਕਿ ਉਹ ਇੱਥੇ ਯੂਜ਼ ਹੋਣਾ ਕਨਸੈਪਟ। ਠੀਕ ਹੈ ਜੀ, ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਕੁਐਸਚਨ ਕਰਦੇ ਹਾਂ ਜਦੋਂ ਅਸੀਂ 0 to 1 ਪਾਰਟੀਸ਼ਨ ਕਰਦੇ ਹਾਂ ਨਾ, 0 to 1 ਦੈਨ 1 to ਇਨਫਿਨਿਟੀ, ਤਾਂ I1 ਸਾਡਾ ਵੈਸੇ ਪ੍ਰੋਪਰ ਆ ਜਾਂਦਾ, ਬਟ ਇਸ ਕੇਸ ਵਿੱਚ ਉਹ ਪ੍ਰੋਪਰ ਨਹੀਂ ਆਉਣਾ। ਠੀਕ ਆ, ਇਸ ਕਰਕੇ ਅਸੀਂ ਇਹਨੂੰ ਸੈਕਿੰਡ ਕਾਈਂਡ ਕਰਨ ਤੋਂ ਬਾਅਦ ਇਹ ਕੁਐਸਚਨ ਫਿਰ ਕਰਨੇ ਆ। ਇੰਪੋਰਟੈਂਟ ਬਹੁਤ ਆ, ਸੋ ਹਜੇ ਤੁਸੀਂ ਵੇਟ ਕਰੋ। ਠੀਕ ਹੈ ਜੀ, ਬਾਕੀ ਜਿਹੜਾ ਅਸੀਂ ਆਪਣਾ ਕੰਮ ਆ ਉਹ ਅਸੀਂ ਆਪਣੀ ਅਗਲੀ ਵੀਡੀਓ 'ਚ ਕਰਾਂਗੇ। ਅਗਲੀ ਵੀਡੀਓ 'ਚ ਅਸੀਂ ਕਰਨ ਜਾ ਰਹੇ ਹਾਂ ਡਿਰਿਚਲਟ ਟੈਸਟ, ਵਿਚ ਇਜ਼ ਵੈਰੀ 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 ਇੰਪੋਰਟੈਂਟ। ਓਕੇ ਜੀ।